मैं समझदा कि ये बहुत ਵੱਡਾ ਜਿਹੜਾ ਧੋਖਾ ਹੈ ਇਹ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਹਿੰਦੁਸਤਾਨ ਦੀ ਸਰਕਾਰ ਹਾਲਾਂਕਿ ਹੋ ਸਕਦਾ ਹੈ ਗੱਲ ਬੁਰੀ ਲੱਗੇ, मैं कहांगा कि धोखेबाज सरकार हमेशा वो किसान भरावां नाल और खास करके पंजाब के लोगों नाल वितकरा करती है, धोखा करती है। अज फिर किते ना किते मैं समझदा कि फैडरल ढांचे ते जानी कि साडे स्टेट अधिकारां दे डाका मारन वाली गल केंद्र सरकार ने फिर दोबारा की है। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਗੱਲ ਕਰਾਂਗੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੈ ਕੇ। ਰਾਜਾ ਵੜਿੰਗ ਵੀ ਹੁਣ ਆਪਣੀ ਮਨ ਕੀ ਬਾਤ ਕਰਨ ਲੱਗ ਗਏ ਨੇ। ਜਾਂ ਕਹਿ ਦਈਏ ਕਿ ਰਾਜਾ ਵੜਿੰਗ ਨੇ ਵੀ ਹੁਣ ਕਈ ਮੁੱਦਿਆਂ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਸਭ ਤੋਂ ਪਹਿਲਾਂ ਰਾਜਾ ਵੜਿੰਗ ਨਾਲ ਜਦ ਗੱਲ ਹੋਈ ਤਾਂ ਉਹਨਾਂ ਨੇ ਬਿਜਲੀ ਐਕਟ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਨੇ ਆਖਿਆ ਕਿ ਜਿਹੜਾ ਨਵਾਂ ਬਿਜਲੀ ਐਕਟ 2022 ਆ ਰਿਹਾ ਉਹ ਸਰਾਸਰ ਕਿਸਾਨਾਂ ਨਾਲ ਧੋਖਾ ਹੈ ਤੇ ਪੰਜਾਬ ਨਾਲ ਵੀ ਧੋਖਾ ਹੈ। ਕੇਂਦਰ ਦੀ ਸਰਕਾਰ ਧੋਖੇਬਾਜ਼ ਸਰਕਾਰ ਹੈ, ਪੰਜਾਬ ਦੇ ਹੱਕਾਂ ਉੱਤੇ ਡਾਕੇ ਮਾਰ ਰਹੀ ਹੈ ਤੇ ਪੰਜਾਬ ਦੇ ਹੱਕਾਂ ਨੂੰ ਖੋਹਣਾ ਚਾਹੁੰਦੀ ਹੈ। ਕੇਵਲ ਪੰਜਾਬ ਨਹੀਂ, ਸਟੇਟ ਦੇ ਹੱਕਾਂ ਨੂੰ। ਕੇਂਦਰ ਸਰਕਾਰ ਸਭ ਕੁਝ ਆਪਣੇ ਹੱਥ 'ਚ ਰੱਖ ਸਕਦੀ ਹੈ। ਕੇਂਦਰ ਸਰਕਾਰ ਇਸ ਕਦਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਮਾਰ ਰਹੀ ਹੈ ਕਿ ਉਹਦੀ ਜਿਹੜੀ ਰੈਗੂਲੇਟਰ ਕਮੇਟੀ ਹੈ ਉਸ ਦਾ ਚੇਅਰਪਰਸਨ ਵੀ ਆਪਣੀ ਮਰਜ਼ੀ ਨਾਲ ਹੁਣ ਲਾ ਦੇਵੇਗੀ ਜੇ ਇਹੀ ਹਾਲਾਤ ਰਹੇ। ਰਾਜਾ ਵੜਿੰਗ ਨੇ ਕਿਹਾ ਕਿ ਜਿਹੜਾ ਇਹ ਬਿਜਲੀ ਐਕਟ ਆ ਰਿਹਾ ਹੈ ਇਹ ਪਹਿਲਾਂ ਕਿਸਾਨ ਜਦ ਜੰਗ ਲੜ ਰਹੇ ਸੀ, ਕਿਸਾਨਾਂ ਨੇ ਦਿੱਲੀ ਦੇ ਬਾਰਡਰ ਤੇ ਬੈਠ ਕੇ ਜਦ ਕੇਂਦਰ ਸਰਕਾਰ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਦ 3 ਬਿੱਲ ਕੈਂਸਲ ਕੀਤੇ ਗਏ ਸੀ। ਬਿਜਲੀ ਐਕਟ ਉੱਤੇ ਵੀ ਰੋਕ ਲਾ ਦਿੱਤੀ ਗਈ ਸੀਗੀ, ਜਿਹੜਾ ਕਿ ਜਦ ਆ ਰਿਹਾ ਸੀਗਾ ਜਿਹਦੇ ਨਾਲ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੋਣ ਵਾਲਾ ਸੀ, ਕਿਉਂਕਿ ਜਿਹੜਾ ਇਹ ਐਕਟ ਖਤਰਨਾਕ ਵੀ ਸੀ ਕਿਉਂਕਿ ਇਹਦੇ ਵਿੱਚ ਸਬਸਿਡੀ ਸੀਗੀ ਜਿਹੜੀ ਉਹਦੀ ਦਿੱਕਤ ਆਉਣੀ ਸੀ, ਖਤਮ ਕਰ ਦੇਣੀ ਸੀ ਤੇ ਹੋਰ ਵੀ ਬਹੁਤ ਸਾਰੇ ਪੁਆਇੰਟ ਸੀ। ਪਰ ਰਾਜਾ ਵੜਿੰਗ ਨੇ ਸੁੱਤੇ ਗੱਲ ਕਹੀ ਆ ਕਿ ਹਜੇ ਤੱਕ ਉਸਦੀ ਕਾਪੀ ਤਾਂ ਪ੍ਰਾਪਤ ਨਹੀਂ ਹੋਈ ਕਿ ਕਿਹੜਾ ਨਵਾਂ ਐਕਟ ਆ ਰਿਹਾ, ਪਰ ਜੇਕਰ ਇਹ ਉਹੀ ਐਕਟ ਆ ਜਿਹਨੂੰ ਰੋਕਿਆ ਗਿਆ ਪਹਿਲਾਂ ਤਾਂ ਬਹੁਤ ਖਤਰਨਾਕ ਹੈ ਕਿਉਂਕਿ ਉਸਦੇ ਵਿੱਚ ਕੀ ਸੀਗਾ ਕਿ ਬਿਜਲੀ ਜਿਹੜੀ ਹੈ ਉਹਦੀ ਜਿਹੜੀ ਸਬਸਿਡੀ ਕਿਸਾਨਾਂ ਨੂੰ ਮਿਲ ਜਾਂਦੀ ਸੀ, ਜਾਣੀ ਕਿ ਫਾਇਦਾ ਮਿਲ ਜਾਂਦਾ ਸੀ, ਉਹਦੇ ਉੱਤੇ ਰੋਕ ਲੱਗੇਗੀ ਕਿਉਂਕਿ ਸਰਕਾਰ ਜਿਸ ਤਰੀਕੇ ਨਾਲ ਸਿਲੰਡਰ ਦੀ ਸਬਸਿਡੀ ਦਿੰਦੀ ਸੀ ਵੀ ਜੇ ਫਾਇਦਾ ਹੋਇਆ ਸਬਸਿਡੀ ਅਕਾਊਂਟ 'ਚ ਆ ਜਾਏਗੀ, ਨਹੀਂ ਆਵੇਗੀ, ਇਸ ਤਰੀਕੇ ਦਾ ਫਾਰਮੂਲਾ ਬਿਜਲੀ ਲਈ ਵੀ ਲੈ ਕੇ ਆ ਰਹੀ ਹੈ ਕਿ ਜੇਕਰ ਬਿਜਲੀ ਸਰਪਲਸ ਹੋਵੇਗੀ, ਫਾਇਦਾ ਹੋਵੇਗਾ ਤਾਂ ਤੁਹਾਡੇ ਖਾਤੇ 'ਚ ਆ ਜਾਵੇਗੀ ਜਿਹੜੀ ਸਬਸਿਡੀ ਹੈ, ਜਾਣੀ ਕਿ ਜਿਹੜਾ ਬਿੱਲ ਲੱਗ ਕੇ ਆਵੇਗਾ ਖਾਤੇ 'ਚ ਆ ਜਾਵੇਗਾ। ਇਸ ਤੋਂ ਇਲਾਵਾ ਇੱਕ ਵੱਡੀ ਗੱਲ ਹੋਰ ਆਖੀ ਗਈ ਕਿ ਜਿਹੜਾ ਇਹ ਪ੍ਰਾਈਵੇਟਕਰਨ ਵੀ ਕੀਤਾ ਜਾਵੇਗਾ ਜਲਦ ਇਸ ਦਾ, ਜਾਣੀ ਕਿ ਪ੍ਰਾਈਵੇਟ ਹੱਥਾਂ ਦੇ ਦਿੱਤੀ ਜਾਵੇਗੀ ਬਿਜਲੀ ਤੇ ਫਿਰ ਉਹ ਆਪਣੀ ਮਨਮਰਜ਼ੀਆਂ ਕਰਨਗੇ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਮਰਿਆ ਪਿਆ ਤੇ ਉਹਨੂੰ ਇਹ ਜਾਣ ਬੁੱਝ ਕੇ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ, ਜਾਂ ਇਹ ਕਹਿ ਦਈਏ ਕਿ ਉਹਦੇ ਉੱਤੇ ਇਹ ਬੋਝ ਪਾਇਆ ਜਾ ਰਿਹਾ ਆ। ਇਸ ਉੱਤੇ ਜਿਹੜਾ ਹੈ ਪੰਜਾਬ ਸਰਕਾਰ ਨੂੰ ਵੀ ਜਾਗਣ ਦੀ ਲੋੜ ਹੈ। ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਵੀ ਗੱਲ ਆਖੀ ਹੈ ਕਿ ਸਰਬ ਜਿਹੜੀਆਂ ਪਾਰਟੀਆਂ ਨੇ ਉਹ ਮਿਲ ਕੇ ਇਸ ਉੱਤੇ ਇੱਕ ਜਿਹੜੀ ਮੀਟਿੰਗ ਕਰਨ ਤੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲਣ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕੀ ਕਹਿੰਦੇ ਨੇ ਇੱਥੇ ਰਾਜਾ ਵੜਿੰਗ। ਮੈਂ ਸਮਝਦਾ ਕਿ ਇਹ ਬਹੁਤ ਵੱਡਾ ਜਿਹੜਾ ਧੋਖਾ ਹੈ ਇਹ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਦੀ ਸਰਕਾਰ ਹਾਲਾਂਕਿ ਹੋ ਸਕਦਾ ਹੈ ਗੱਲ ਬੁਰੀ ਲੱਗੇ, ਮੈਂ ਕਹਾਂਗਾ ਕਿ ਧੋਖੇਬਾਜ਼ ਸਰਕਾਰ ਹੈ। ਹਮੇਸ਼ਾ ਉਹ ਕਿਸਾਨ ਭਰਾਵਾਂ ਨਾਲ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੀ ਹੈ, ਧੋਖਾ ਕਰਦੀ ਹੈ। ਜਦੋਂ ਇਹ 3 ਬਿੱਲਸ ਦੀ ਗੱਲ ਹੋ ਰਹੀ ਸੀ ਜਿਹੜੇ ਖੇਤੀ ਕਾਲੇ ਕਾਨੂੰਨ 3 ਲੈ ਕੇ ਆਏ ਸੀ, ਤਦ ਨਾਲ ਇਹ ਬਿਜਲੀ ਬਿੱਲ ਦੀ ਵੀ ਚਰਚਾ ਹੋਈ ਔਰ ਇਹ ਗੱਲ ਕਿਹਾ ਗਿਆ ਕਿ ਅਸੀਂ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਰਹੇ ਹਾਂ ਔਰ ਨਾਲ ਹੀ ਨਾਲ ਅਸੀਂ ਜਿਹੜਾ ਬਿਜਲੀ ਵਾਲਾ ਜਿਹੜਾ ਬਿੱਲ ਹੈ ਇਹ ਅਸੀਂ ਨਹੀਂ ਲੈ ਕੇ ਆਵਾਂਗੇ। ਅੱਜ ਫੇਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਫੈਡਰਲ ਢਾਂਚੇ ਤੇ ਜਾਣੀ ਕਿ ਸਾਡੇ ਸਟੇਟ ਅਧਿਕਾਰਾਂ ਤੇ ਡਾਕਾ ਮਾਰਨ ਵਾਲੀ ਗੱਲ ਕੇਂਦਰ ਸਰਕਾਰ ਨੇ ਫਿਰ ਦੁਬਾਰਾ ਕੀਤੀ ਹੈ ਔਰ ਇਹ तमाम ਜ਼ਾਸਤੀ ਔਰ ਧੱਕਾ ਹੋਏਗਾ ਕਿਸਾਨ ਵੀਰਾਂ ਦੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ 7-8 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਸਬਸਿਡੀ ਜਾਣੀ ਕਿ ਮਾਮੂਲੀ ਜਿਹੜਾ ਫਾਇਦਾ ਸਰਕਾਰਾਂ ਕਿਸਾਨ ਭਰਾਵਾਂ ਨੂੰ ਦਿੰਦੀਆਂ ਸਨ ਸਬਸਿਡੀ ਦੇ ਰੂਪ ਦੇ ਵਿੱਚ, ਬਿਜਲੀ ਪਾਣੀ ਫ੍ਰੀ ਸੀ ਮਗਰਲੇ 25 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਪੰਜਾਬ ਦੇ ਅੰਦਰ ਲਾਗੂ ਰੱਖਿਆ। ਇਹਦੇ ਬਿੱਲ ਨਹੀਂ ਲਾਏ ਗਏ। ਇਹ ਹੁਣ ਇੱਕ ਰੈਗੂਲਰ ਜਿਹੜਾ ਇਹ ਕਾਨੂੰਨ ਬਣਾਉਣਗੇ ਔਰ ਜਿੰਨਾ ਕਿ ਮੈਂ ਬਿੱਲ ਬਾਰੇ ਮੈਨੂੰ ਜਾਣਕਾਰੀ ਹੈ ਕਿਉਂਕਿ ਹਜੇ ਬਿੱਲ ਦੀ ਕਾਪੀ
ਜਿਹੜੀ ਆ ਉਹ ਮੇਰੇ ਕੋਲੇ ਨਹੀਂ ਪਹੁੰਚੀ ਹੈ, ਬਟ ਜਿਨ੍ਹਾਂ ਪੁਰਾਣਾ ਬਿੱਲ, ਇਹ ਪਹਿਲਾਂ ਵੀ ਇਹ ਬਿੱਲ ਨੂੰ ਲੈ ਕੇ ਆਏ ਸੀ, ਉਹਦੇ ਉੱਥੋਂ ਜਾਣਕਾਰੀ ਜਿਹੜੀ ਮਿਲੀ ਹੈ ਉਸ ਨੂੰ ਪੜ੍ਹ ਕੇ ਪੁਰਾਣੇ ਵਾਲੇ ਨੂੰ, ਉਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਜਦੋਂ ਬਿੱਲ ਲੈ ਕੇ ਆਉਣਗੇ, ਜਿਹੜਾ ਸਾਡਾ ਰੈਗੂਲੇਟਰੀ ਕਮਿਸ਼ਨ ਹੈਗਾ, ਬੋਰਡ ਹੈਗਾ, ਜਿਹੜਾ ਚੇਅਰਮੈਨ ਆ ਉਹ ਪੰਜਾਬ ਲਾਉਂਦਾ ਹੈ, ਤੇ ਫਿਰ ਇਹ ਸੈਂਟਰ ਲਾਇਆ ਕਰੇਗਾ। ਐਂਡ ਹੌਲੀ ਹੌਲੀ ਇਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਗੈਸ ਸਿਲੰਡਰ ਦੀ ਸਬਸਿਡੀ ਹੁਣ ਖਾਤਿਆਂ ਵਿੱਚ ਪਾਉਣੇ ਆ, ਇਹਦੀ ਪੂਰੀ ਪ੍ਰਾਈਵੇਟਾਈਜੇਸ਼ਨ ਹੋ ਜਾਏਗੀ। ਔਰ ਜਿਹੜੀ 7-8 ਹਜ਼ਾਰ ਕਰੋੜ ਦੀ ਸਬਸਿਡੀ ਹੈ, ਪਹਿਲਾਂ ਬਿੱਲ ਲਏ ਜਾਣਗੇ, ਪ੍ਰਾਈਵੇਟਾਈਜੇਸ਼ਨ ਹੋ ਜਾਏਗੀ, ਪ੍ਰਾਈਵੇਟ ਅਦਾਰਿਆਂ ਨੂੰ ਬਿੱਲ ਕਲੈਕਸ਼ਨ ਤੇ ਲਾ ਦਿੱਤਾ ਜਾਏਗਾ, ਔਰ ਫਿਰ ਇਹ ਕਹਿਣਗੇ ਕਿ ਜਿਹੜਾ ਵਾਧੂ ਪੈਸਾ ਹੈ, ਅਗਰ ਬਚਤ ਹੋਏਗੀ ਤਾਂ 7-8 ਹਜ਼ਾਰ ਕਰੋੜ ਰੁਪਏ ਦੀ ਅਸੀਂ ਖਾਤਿਆਂ ਦੇ ਵਿੱਚ ਸਬਸਿਡੀ ਦੇਵਾਂਗੇ, ਔਰ ਜੇ ਬਚਤ ਨਹੀਂ ਹੋਏਗੀ ਤਾਂ ਅਸੀਂ 7-8 ਹਜ਼ਾਰ ਕਰੋੜ ਰੁਪਇਆ ਨਹੀਂ ਦੇਵਾਂਗੇ। ਹੁਣ ਤਾਂ ਇਹ ਹੁੰਦਾ ਹੈ, ਹੁਣ ਤੁਹਾਡਾ ਸਵਾਲ ਹੋਏਗਾ ਕਿ ਸਰਕਾਰ 7-8 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ। ਸਰਕਾਰ, ਕਿਉਂਕਿ ਬਿਜਲੀ ਬੋਰਡ ਵੀ ਸਰਕਾਰ ਦਾ ਅਦਾਰਾ ਹੈ, ਐਂਡ ਸਰਕਾਰ ਤੇ ਦੋਵੇਂ ਇਕੱਠੇ ਚੱਲਦੇ। ਕਈ ਵਾਰੀ ਸੀ ਅਲੱਗ-ਅਲੱਗ ਸਾਡੀਆਂ ਪਾਕਟਸ ਹੁੰਦੀਆਂ, ਕਿਉਂਕਿ ਮੈਨੂੰ ਸਰਕਾਰ 'ਚ 3 ਮਹੀਨੇ ਕੰਮ ਕਰਨ ਦਾ ਮੌਕਾ ਮਿਲਿਆ, ਔਰ ਵੱਖ-ਵੱਖ ਪਾਕਟਸ ਤੋਂ ਕਈ ਵਾਰੀ ਅਸੀਂ ਭੁਗਤਾਨ ਕਰ ਦਿੰਦੇ ਹਾਂ। ਸਾਡੇ ਕੋਲ ਇੰਨਾ ਪੈਸਾ ਸਰਪਲਸ ਤਾਂ ਹੁੰਦਾ ਹੀ ਨਹੀਂ, ਜਿਵੇਂ ਕਿ 10,000 ਕਰੋੜ ਰੁਪਇਆ 5 ਮਹੀਨਿਆਂ ਦੇ ਵਿੱਚ ਸਾਨੂੰ ਹੋਰ ਲੋਨ ਲੈਣਾ ਪੈ ਗਿਆ। ਸੋ ਮੈਂ ਸਮਝਦਾ ਕਿ ਅਗਰ ਇਸ ਤਰ੍ਹਾਂ ਹੋਏਗਾ, ਇਹ ਸਿੱਧਾ ਤੇ ਸਿੱਧਾ ਕਿਸਾਨ ਨਾਲ ਬਹੁਤ ਜ਼ਾਸਤੀ ਤੇ ਧੱਕਾ ਹੋਏਗਾ, ਔਰ ਫੈਡਰਲ ਢਾਂਚੇ ਤੇ ਇਹ ਡਾਕਾ ਹੋਏਗਾ। ਇਹ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹਦੇ ਵਾਸਤੇ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਸਰਵ ਪਾਰਟੀ ਮੀਟਿੰਗ ਬੁਲਾ ਕੇ ਔਰ तमाम ਜਥੇਬੰਦੀਆਂ ਨਾਲ ਗੱਲ ਕਰਕੇ ਸਾਨੂੰ ਇਹਦੇ ਤੇ ਲੜਾਈ ਲੜਨੀ ਪਏਗੀ, ਔਰ ਸਾਨੂੰ ਇਹ ਸੈਂਟਰ ਨਾਲ ਚਾਹੇ ਗੱਲਬਾਤ ਰਾਹੀਂ, ਚਾਹੇ ਜਦੋਜਹਿਦ ਦੇ ਰਾਹੀਂ ਸਾਨੂੰ ਇਸ ਫੈਸਲੇ ਤੇ ਅਸੀਂ ਸੈਂਟਰ ਤੇ ਦਬਾਅ ਬਣਾਈਏ ਕਿ ਮੁੜ ਵਿਚਾਰ ਕੀਤਾ ਜਾਵੇ ਕਿ ਤੁਸੀਂ ਕੀ ਕਰਨ ਜਾ ਰਹੇ ਹੋ। ਕੁਝ ਸੁਣ ਲਿਆ ਤੁਸੀਂ ਰਾਜਾ ਵੜਿੰਗ ਨੂੰ ਕਿ ਰਾਜਾ ਵੜਿੰਗ ਨੇ ਇਸ ਐਕਟ ਨੂੰ ਲੈ ਕੇ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਨੂੰ ਘੇਰਿਆ ਹੈ, ਤੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਆ ਉਹਦਾ ਵੀ ਦੋਸ਼ ਮੜਿਆ। ਉਹਨਾਂ ਨੇ ਆਖਿਆ ਕਿ ਇਹ ਵੀ ਜਿਹੜੀ ਧੋਖੇਬਾਜ਼ ਸਰਕਾਰ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਹੁਣ ਇਕੱਠੇ ਹੋਣ ਦੀ ਲੋੜ ਹੈ, ਜਿੰਨੇ ਵੀ ਜਥੇਬੰਦੀਆਂ ਨੇ, ਜਿੰਨੀਆਂ ਪਾਰਟੀਆਂ, ਸਾਰੇ ਹੁਣ ਇੱਕ ਹੋਵੋ, ਮੋਰਚਾ ਖੋਲੋ, ਨਹੀਂ ਤਾਂ ਪੰਜਾਬ ਦਾ ਕਿਸਾਨ ਜਿਹੜਾ ਨੁਕਸਾਨਿਆ ਜਾਵੇਗਾ, ਉਸ ਉੱਤੇ ਇਸ ਤਰੀਕੇ ਨਾਲ ਬੋਝ ਪਵੇਗਾ ਜਿਹੜਾ ਕਿ ਉਸ ਤੋਂ ਬਰਦਾਸ਼ਤ ਨਹੀਂ ਹੋਵੇਗਾ, ਕਿਉਂਕਿ ਇਹ ਬਿਜਲੀ ਐਕਟ ਖਤਰਨਾਕ ਐਕਟ ਹੈ। ਪ੍ਰਾਈਵੇਟ ਹੱਥਾਂ ਦੇ ਬਿਲਕੁਲ ਸਭ ਅਸੀਂ ਜਿਹੜੇ ਖਿਡੌਣੇ ਬਣ ਜਾਾਂਗੇ। ਪ੍ਰਾਈਵੇਟ ਜਿਹੜੀਆਂ ਵੱਡੀਆਂ ਫਰਮਾਂ ਨੇ, ਜਿਹੜੇ ਇਹਨਾਂ ਦੇ ਜਿਹੜੇ ਵੱਡੇ ਵੱਡੇ ਦੋਸਤ ਮਿੱਤਰ ਨੇ ਸਰਕਾਰ ਦੇ, ਉਹਨਾਂ ਨੂੰ ਫਾਇਦਾ ਦਿੱਤਾ ਜਾਵੇਗਾ, ਨੁਕਸਾਨ ਆਮ ਲੋਕਾਂ ਦਾ, ਕਿਸਾਨਾਂ ਦਾ ਹੋਵੇਗਾ। ਤੇ ਇਹ ਵੀ ਕਿਹਾ ਕਿ ਪੰਜਾਬ ਦੇ ਹੱਕ ਕਿੱਥੇ ਜਾਣਗੇ, ਕਿਉਂਕਿ ਇਹ ਸਟੇਟ ਦਾ ਹੱਕ ਹੁੰਦਾ ਕਿ ਕਿਸ ਤਰੀਕੇ ਨਾਲ ਆਪਣੇ ਏਰੀਏ 'ਚ, ਆਪਣੀ ਸਟੇਟ 'ਚ ਬਿਜਲੀ ਨੂੰ ਮੇਨਟੇਨ ਕਰਨਾ, ਕੀ ਐਕਟ ਲੈ ਕੇ ਆਉਣਾ, ਕੀ ਬਿੱਲ ਲੈ ਕੇ ਆਉਣਾ। ਪਰ ਹੁਣ ਕੇਂਦਰ ਆਪਣੇ ਐਕਟ ਲਿਆ ਕੇ ਸਿੱਧੇ ਡਾਕੇ ਜਿਹੜੇ ਨੇ ਪੰਜਾਬ ਨਾਲ, ਜਾਣੀ ਕਿ ਇਹ ਕਹਿ ਦਈਏ ਕਿ ਸਟੇਟ ਦੇ ਹੱਕਾਂ ਉੱਤੇ ਮਾਰ ਰਹੀ ਹੈ, ਜੋ ਕਿ ਸਰਾਸਰ ਗਲਤ ਹੈ। ਸੋ ਰਾਜਾ ਵੜਿੰਗ ਨੇ ਜਦ ਐਕਟ ਉੱਤੇ, ਬਿਜਲੀ ਦੇ ਉੱਤੇ ਗੱਲ ਕੀਤੀ ਹੈ, ਉੱਥੇ ਹੀ ਜਦ ਉਹਨਾਂ ਨਾਲ ਗੱਲ ਹੋਈ ਕਿ ਅਰਵਿੰਦ ਕੇਜਰੀਵਾਲ ਨੇ, ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ, ਉਹਨਾਂ ਵੱਲੋਂ ਵੀ ਜਿਹੜਾ ਆ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਮੁਫਤ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਗਰੀਬਾਂ ਨੂੰ ਜਿਹੜੀ ਦਿੱਤੀ ਜਾਂਦੀਆਂ, ਉਹਨਾਂ ਉੱਤੇ ਕਿੰਤੂ ਪਰੰਤੂ ਕੀਤੇ ਨੇ। ਕਿਹਾ ਕਿ ਇਹ ਰੇਵੜੀਆਂ ਨੇ, ਰੇਵੜੀਆਂ ਵੰਡੀਆਂ ਜਾਂਦੀਆਂ ਨੇ, ਤੇ ਜਿਹੜੇ ਉਹਨਾਂ ਦੇ ਸਾਥੀ ਨੇ, ਜਾਣੀ ਕਿ ਉਹਨਾਂ ਨੇ ਓਪੋਜੀਸ਼ਨ ਨੇ ਵੀ ਘੇਰਿਆ ਅਰਵਿੰਦ ਕੇਜਰੀਵਾਲ ਨੂੰ ਕਿ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਫਾਇਦੇ ਦਿੱਤੇ ਜਾ ਰਹੇ ਨੇ, ਜਦ ਕਿ ਉਹਨਾਂ ਦੇ ਦੋਸਤ ਮਿੱਤਰਾਂ ਨੂੰ। ਇੱਥੇ ਰਾਜਾ ਵੜਿੰਗ ਨੇ ਆਪਣਾ ਜਵਾਬ ਦਿੱਤਾ। ਉਹਨਾਂ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਧੋਖੇਬਾਜ਼ ਨੇ, ਦੋਗਲੇ ਇਨਸਾਨ ਨੇ। ਉਹ ਪੰਜਾਬ ਨਾਲ ਹੁਣ ਤੱਕ ਉਹਨਾਂ ਧੋਖਾ ਕੀਤਾ, ਜਿਹੜੇ ਵਾਅਦੇ ਦਾਅਵੇ ਕੀਤੀਆਂ ਕਿਤੇ ਪੂਰੇ ਨਹੀਂ ਹੋਏ, ਤੇ ਗਰੀਬਾਂ ਨੂੰ ਜਿਹੜੇ ਮਾੜੀ ਮੋਟੀ ਫੈਸਿਲਿਟੀਆਂ ਮਿਲਦੀਆਂ ਨੇ ਉਹਨਾਂ ਨੂੰ ਉਹ ਰੇਵੜੀਆਂ ਦੱਸਦੇ ਨੇ, ਤੇ ਆਪਣੇ ਸਾਥੀਆਂ ਨੂੰ ਫਾਇਦੇ ਦੇ ਰਹੇ ਨੇ। ਇੱਥੇ ਵੀ ਜਿਹੜਾ ਆ ਅਰਵਿੰਦ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਘੇਰਿਆ ਗਿਆ, ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਸਰਕਾਰ ਹੈ ਕੰਮ ਕਰ ਰਹੀ ਹੈ ਉਸ ਉੱਤੇ ਵੀ ਸਵਾਲ ਚੁੱਕੇ ਗਏ ਨੇ। ਉਹਨਾਂ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਧੋਖਾ ਕਰਦੇ ਆਏ ਨੇ। ਆਓ ਤੁਹਾਨੂੰ ਸੁਣਾ ਦਿੰਦੇ ਆ ਇੱਥੇ ਵੀ ਕੀ ਕਹਿੰਦੇ ਨੇ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਨੂੰ ਲੈ ਕੇ। ਸੋ ਮੈਂ ਕੇਜਰੀਵਾਲ ਸਾਹਿਬ ਦੀ ਕਿਸੇ ਗੱਲ ਤੇ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ, ਬਿਕੋਜ਼ ਬਹੁਤ ਸਾਰੇ ਵੱਡੇ ਵਾਅਦੇ, ਲਾਰੇ, ਵੱਡੀਆਂ ਗੱਲਾਂ, ਕਹਾਣੀਆਂ ਪੰਜਾਬ ਦੇ ਲੋਕਾਂ ਨੂੰ ਸੁਣਾਈਆਂ ਗਈਆਂ, ਔਰ ਮੈਂ ਸਮਝਦਾ ਕਿ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਹ ਪੰਜਾਬ ਦੇ ਲੋਕਾਂ ਨਾਲ ਇਸ ਵਾਰੀ ਫਿਰ ਧੋਖਾ ਹੋਇਆ ਹੈ।
ਸੋ ਕੌਣ ਕੀ ਕਰਦਾ ਹੈ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ, ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਭਾਜਪਾ ਕੀ ਕਰ ਰਹੀ ਹੈ, ਆਮ ਆਦਮੀ ਪਾਰਟੀ ਕੀ ਕਰ ਰਹੀ ਹੈ। ਪਰ ਮੈਨੂੰ ਲੱਗਦਾ ਕਿ ਜਿਹੜਾ ਬਿੱਲ ਲੈ ਕੇ ਆਏ ਨੇ ਇਹ ਕਿਸਾਨਾਂ ਦੇ ਬਿਲਕੁਲ ਆਉਣ ਵਾਲੇ ਸਮੇਂ 'ਚ ਇਹ ਗਲੇ ਦੀ ਹੱਡੀ ਬਣ ਜਾਏਗਾ। ਸਾਨੂੰ ਇਹਦੀ ਰਲ ਮਿਲ ਕੇ ਇਹਦੀ ਲੜਾਈ ਲੜਨੀ ਚਾਹੀਦੀ। ਖੁਦ ਸੁਣ ਲਿਆ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਰਾਜਾ ਵੜਿੰਗ ਨੇ ਕੀ ਆਖਿਆ ਹੈ। ਉਹਨਾਂ ਨੇ ਪੂਰੀ ਤਰ੍ਹਾਂ ਘੇਰਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ, ਧੋਖੇਬਾਜ਼ ਦੱਸਿਆ। ਉਹਨਾਂ ਨੇ ਆਖਿਆ ਕਿ ਜੋ ਵਾਅਦੇ ਕਰਦੇ ਨੇ ਵਾਅਦੇ ਨਹੀਂ ਪੂਰੇ ਹੁੰਦੇ, ਕੇਵਲ ਤੇ ਕੇਵਲ ਇਹ ਗੱਲਾਂ ਕਰ ਰਹੇ ਨੇ, ਜਿਹੜੀਆਂ ਗਰੀਬ ਲੋਕਾਂ ਨੂੰ ਆਮ ਫੈਸਿਲਿਟੀਆਂ ਮਿਲਦੀਆਂ ਉਸ ਉੱਤੇ ਤੰਜ ਕੱਸ ਰਹੇ ਨੇ, ਪਰ ਜੋ ਅਸਲੀਅਤ ਆ ਉਹ ਕੁਝ ਹੋ ਰਹੀ ਆ। ਇਸ ਤੋਂ ਬਾਅਦ ਜਦ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਸ਼ੂਗਰ ਮਿਲ ਦੀ ਜਿਹੜੀ ਫਗਵਾੜਾ ਵਿਖੇ ਆ, ਜਿਹਦੀ ਅਦਾਇਗੀ ਜਿਹੜੀ ਆ ਉਹ ਕਿਸਾਨਾਂ ਨੂੰ ਨਹੀਂ ਹੋਈ, ਕਿਸਾਨਾਂ ਤੋਂ ਵੱਲੋਂ ਧਰਨਾ ਵੀ ਲਾਇਆ ਗਿਆ ਏ ਤੇ ਉਹ ਧਰਨੇ ਤੋਂ ਬਾਵਜੂਦ ਵੀ ਜਿਹੜੀ ਅਦਾਇਗੀ ਉਹ ਨਹੀਂ ਹੋ ਰਹੀ। 72 ਕਰੋੜ ਦੇ ਸਮਥਿੰਗ ਉਹ ਅਦਾਇਗੀ ਹੈਗੀ ਆ ਜਿਹੜੀ ਹਜੇ ਤੱਕ ਪੈਂਡਿੰਗ ਆ, ਜਿਹਦੇ ਲਈ ਕਿਸਾਨ ਜਿਹੜੇ ਉਹ ਖੜੇ ਨੇ। ਹਜੇ ਸਰਕਾਰ ਕਹਿੰਦੀ ਸੀ ਕਿ ਕਿਸ਼ਤਾਂ ਦੇ ਵਿੱਚ ਜਿਹੜੇ ਪੈਸੇ ਨੇ ਉਹ ਮੋੜੇ ਜਾਣਗੇ, ਪਰ ਫਿਰ ਵੀ ਹਜੇ ਤੱਕ ਕੁਝ ਨਹੀਂ ਹੋਇਆ। ਇੱਥੋਂ ਤੱਕ ਕਿ ਨਿਲਾਮੀ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਸ਼ੂਗਰ ਮਿਲਾਂ ਨੂੰ ਨਿਲਾਮ ਕੀਤਾ ਜਾਵੇਗਾ, ਥੋੜੇ ਪੈਸੇ ਦਿੱਤੇ ਜਾਣਗੇ, ਫਿਰ ਵੀ ਕੁਝ ਹੱਥ ਨਹੀਂ ਲੱਗਿਆ। ਇਸ ਉੱਤੇ ਵੀ ਰਾਜਾ ਵੜਿੰਗ ਨੇ ਆਪਣੇ ਵਿਅੰਗ ਕੱਸਿਆ। ਉਹਨਾਂ ਨੇ ਆਖਿਆ ਕਿ ਸਰਕਾਰ ਆ ਜਿਹੜੀ ਉਹ ਥੋੜੇ ਥੋੜੇ ਪੈਸੇ ਜਿਨ੍ਹਾਂ ਨੂੰ ਦੇਣੇ ਨੇ ਫੈਸਿਲਿਟੀਆਂ ਦੇ ਉਹ ਤਾਂ ਦੇ ਨਹੀਂ ਪਾ ਰਹੀ। 10-10 20-20 ਕਰੋੜ ਦੀ ਰਾਸ਼ੀ 72 ਕਰੋੜ ਕਿੱਥੋਂ ਮੋੜ ਦੇਵੇਗੀ? ਕਿਸਾਨਾਂ ਦੀ ਇਹ ਜਿਹੜੀ ਰਾਸ਼ੀ ਆ ਉਹ ਸਰਕਾਰ ਨਹੀਂ ਮੋੜਨ ਵਾਲੀ। ਧੋਖਾ ਕਿਸਾਨਾਂ ਨਾਲ ਹੋ ਰਿਹਾ ਆ। ਜਿਹੜੀ ਮਾੜੀ ਮੋਟੀ ਰਾਹਤ ਕਿਸਾਨਾਂ ਨੂੰ ਮਿਲਦੀ ਆ ਉਹ ਤੋਂ ਵੀ ਉਹ ਵਾਂਝੇ ਹੋ ਜਾਣਗੇ। ਇੱਥੋਂ ਤੱਕ ਇਹ ਆਖਿਆ ਗਿਆ ਕਿ ਇਹ ਅਦਾਇਗੀ ਜਲਦ ਹੋਣੀ ਚਾਹੀਦੀ ਹੈ। ਇਸ ਉੱਤੇ ਸਰਕਾਰ ਨੂੰ ਗੰਭੀਰ ਵੀ ਹੋਣਾ ਚਾਹੀਦਾ, ਕਿਉਂਕਿ ਕਿਸਾਨ ਕੋਲ ਉਨੇ ਹੀ ਪੈਸੇ ਹੁੰਦੇ ਨੇ ਜਿਹਨੂੰ ਉਹ ਫਸਲ ਨੂੰ ਵੇਚ ਵੱਟ ਕੇ ਉਹ ਜਿਹੜਾ ਹੈ ਆਪਣੇ ਘਰ ਦਾ ਖਰਚਾ ਚਲਾਉਂਦਾ ਹੈ, ਆਪਣੀਆਂ ਫੈਸਿਲਿਟੀਆਂ ਹਾਸਲ ਕਰਦਾ ਹੈ। ਪਰ ਜੇਕਰ ਇਸ ਤਰੀਕੇ ਨਾਲ ਉਹ ਵੀ ਪੈਸੇ ਫਸ ਜਾਣਗੇ, ਅਦਾਇਗੀ ਨਹੀਂ ਹੋਵੇਗੀ, ਤਾਂ ਉਹ ਹੋਰ ਮੁਸੀਬਤ 'ਚ ਘਿਰ ਜਾਵੇਗਾ, ਫਸ ਜਾਏਗਾ, ਕਰਜ਼ੇ ਹੇਠ ਆ ਜਾਵੇਗਾ। ਪਹਿਲਾਂ ਹੀ ਬਥੇਰਾ ਕਰਜ਼ਾ ਜਿਹੜਾ ਕਿਸਾਨਾਂ ਉੱਤੇ ਚੜਿਆ ਹੋਇਆ। ਸ਼ੂਗਰ ਮਿਲ ਨੂੰ ਲੈ ਕੇ ਰਾਜਾ ਵੜਿੰਗ ਨੇ ਜਿਹੜਾ ਸਰਕਾਰ ਨੂੰ ਇੱਕ ਵਾਰ ਜ਼ਰੂਰ ਰਿਕੁਐਸਟ ਵੀ ਕੀਤੀ ਹੈ ਕਿ ਜਲਦ ਤੋਂ ਜਲਦ ਹੰਭੜਾ ਮਾਰੇ ਸਰਕਾਰ, ਜਲਦ ਤੋਂ ਜਲਦ ਇਹ ਅਦਾਇਗੀ ਕਰੇ। ਤੇ ਉਹ ਇਹ ਵੀ ਕਹਿ ਰਹੇ ਨੇ ਕਿ ਇਸ ਉੱਤੇ ਸਰਕਾਰ ਨੂੰ ਚਿੰਤਤ ਹੋਣ ਦੀ ਵੀ ਲੋੜ ਹੈਗੀ ਹੈ, ਕਿਉਂਕਿ ਕਿਸਾਨ ਇਸ ਨਾਲ ਨਹੀਂ ਪੂਰੀ ਤਰ੍ਹਾਂ ਜਿਹੜਾ ਉਹ ਅਸਤ ਵਿਅਸਤ ਹੋ ਜਾਵੇਗਾ। ਆਓ ਇੱਥੇ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਕਹਿੰਦੇ ਨੇ ਰਾਜਾ ਵੜਿੰਗ ਕਿਸਾਨਾਂ ਬਾਰੇ। ਤੁਸੀਂ 72 ਕਰੋੜ ਦੀ ਗੱਲ ਕਰਦੇ ਹੋ, ਇੱਥੇ 10 ਕਰੋੜ ਰੁਪਏ ਨਾਲ ਇਲਾਜ ਬੰਦ ਕਰ ਦਿੱਤਾ ਗਿਆ। ਪੀਜੀਆਈ ਨੇ ਕੱਲ ਖਬਰ ਲੱਗੀ ਸੀ, ਸ਼ਾਇਦ ਕਹਿ ਰਹੇ ਕਿ ਨਾਓ ਦੇ ਹੈਵ ਫਿਰ ਅਗੇਨ ਸਟਾਰਟਡ। ਇਵੇਂ ਸੰਗਰੂਰ ਦੇ ਵਿੱਚ ਔਰਥੋ ਵਾਲਿਆਂ ਨੇ ਕਿਹਾ ਕਿ ਆਪਰੇਸ਼ਨ ਬੰਦ ਕਰ ਦਿੱਤੇ ਗਏ। 10-10 ਕਰੋੜ ਰੁਪਏ ਦੀ ਅਦਾਇਗੀ, ਉਹ 72 ਕਰੋੜ ਮੰਗ ਰਹੇ ਨੇ। ਜਨਤਾ ਜਾਣਦੀ ਨਹੀਂ। ਉਹੀ ਤਾਂ ਮੈਂ ਕਹਿ ਰਿਹਾ ਕਿ ਕੇਜਰੀਵਾਲ ਸਾਹਿਬ ਦੀ ਕਿਸੇ ਗੱਲ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਉਹ ਰਿਓੜੀਆਂ ਕਹਿ ਰਹੇ, ਉਹ ਮੁਗੇਰੀ ਲਾਲ ਦੇ ਹਸੀਨ ਸਾਹਿਬ ਨੇ, ਉਹ ਦੋਨਾਂ ਨੇ ਇਹੋ ਹੀ ਕੰਮ ਫੜਿਆ ਹੈ। ਸੋ ਜਲਦੀ ਤੋਂ ਜਲਦੀ ਮੈਂ ਸਮਝਦਾ ਕਿ ਕਿਸਾਨ ਵੀਰਾਂ ਨੂੰ, ਕਿ ਕਿਸਾਨ ਕੋਲੇ ਮੇਰਾ ਖਿਆਲ ਕੋਈ ਬਹੁਤਾ ਹੋਰ ਸੋਰਸਿਸ ਨਹੀਂ ਹੁੰਦੇ। ਉਹਨਾਂ ਨੇ ਤਾਂ 6 ਮਹੀਨਿਆਂ ਬਾਅਦ ਵਿਚਾਰੇ ਉਡੀਕਦੇ ਰਹਿੰਦੇ ਆ ਕਿ ਫਸਲ ਆਏਗੀ, ਫਸਲ ਦਾ ਭੁਗਤਾਨ ਹੋਏਗਾ, ਮੈਂ ਲੜਕੀ ਦਾ ਵਿਆਹ ਕਰਾਂਗਾ, ਮੈਂ ਆਪਦਾ ਕਿੱਤਾ ਕਰਾਂਗਾ, ਕਿਉਂਕਿ ਉਹ ਪਹਿਲਾਂ ਹੀ ਕਿਸਾਨ ਕਿਤੇ ਨਾ ਕਿਤੇ ਇਨਵੈਸਟਮੈਂਟ ਕਰ ਲੈਂਦਾ ਹੈ। ਸੋ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਕਿਸਾਨ ਭਰਾਵਾਂ ਦੀ ਜਿਹੜੀ ਇਹ ਪੇਮੈਂਟ ਹੈ ਉਹ ਕਰਵਾ ਦੇਣੀ ਚਾਹੀਦੀ। ਇਹਦੇ ਅੰਤ ਦੇ ਵਿੱਚ ਜਦ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਕਾਂਗਰਸ ਨੂੰ ਲੈ ਕੇ ਕਿ ਜਦ ਵੀ ਸਰਕਾਰ ਨੂੰ ਕੁਝ ਸਵਾਲ ਕੀਤਾ ਜਾਂਦਾ, ਪੁੱਛਿਆ ਜਾਂਦਾ ਕਿ ਅਦਾਇਗੀ ਜਿਹੜੀ ਹੈ, ਚਾਹੇ ਉਹ ਗੰਨੇ ਦੀ ਅਦਾਇਗੀ ਜਾਂ ਹੋਰ ਹੈ, ਵੀ ਨਹੀਂ ਹੋ ਰਹੀ, ਤਾਂ ਉਹ ਕਹਿ ਦਿੰਦੀ ਆ ਕਿ ਇਹ ਕਾਂਗਰਸ ਸਰਕਾਰ ਵੇਲੇ ਦੀਆਂ ਜਿਹੜੀਆਂ ਕਮੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਾਂਗਰਸ ਸਰਕਾਰ ਨੇ ਇਹ ਜਿਹਾ ਕੀਤਾ, ਕਰਜ਼ੇ ਚੜਾਇਆ, ਨਹੀਂ ਮੋੜੇ, ਕਿਸਾਨਾਂ ਧੋਖੇ ਕੀਤੇ ਨੇ। ਉੱਥੇ ਰਾਜਾ ਵੜਿੰਗ ਨੇ ਬੁਰੀ ਤਰ੍ਹਾਂ ਸਰਕਾਰ ਘੇਰੀ ਹੈ। ਉਹਨਾਂ ਨੇ ਆਖਿਆ ਕਿ ਮੰਨ ਲੈਂਦੇ ਆ ਵੀ ਕਾਂਗਰਸ ਵੇਲੇ ਦਾ ਸਭ ਕੁਝ ਹੈ, ਤੁਸੀਂ ਕਦ ਤੱਕ ਕਾਂਗਰਸ ਤੇ ਇਲਜ਼ਾਮ ਲਾਈ ਜਾਵੋਗੇ? ਹੁਣ ਤਾਂ ਭਾਈ ਜਿਹੜਾ 6 ਮਹੀਨੇ ਦੇ ਕਰੀਬ ਸਮਾਂ ਹੁੰਦਾ ਜਾ ਰਿਹਾ, ਹੁਣ ਤਾਂ ਤੁਹਾਨੂੰ ਲੰਬਾ ਸਮਾਂ ਹੋ ਚੁੱਕਿਆ ਸੱਤਾ ਦੇ ਵਿੱਚ ਆਏ ਹੋਏ। ਹੁਣ ਵੀ ਤੁਸੀਂ ਜਿਹੜਾ ਆ ਕਾਂਗਰਸ ਤੇ ਦੋਸ਼ ਮੜ ਰਹੇ ਹੋ, ਆਪ ਵੀ ਕੁਝ ਕਰ ਲਓ। ਬੇਸ਼ੱਕ ਠੀਕ ਹੈ, ਕਾਂਗਰਸ ਨੇ ਉਸ ਸਮੇਂ ਜੋ ਕਰਨਾ ਸੀ ਉਹ ਨਹੀਂ ਕੀਤਾ, ਜਿਹੜਾ ਨੁਕਸਾਨ ਕੀਤਾ ਕਾਂਗਰਸ ਨੇ ਜੋ ਕਰਨਾ ਸੀ, ਤੇ ਉਸ ਦੀ ਸਜ਼ਾ ਕਾਂਗਰਸ ਭੁਗਤਦੀ ਵੀ ਪਈ ਆ। ਪਰ ਹੁਣ ਸਰਕਾਰ ਹੈ ਜਿਹੜੀ ਉਹ ਕੁਝ ਕਰ ਸਕਦੀ ਹੈ। ਹੁਣ ਸਰਕਾਰ ਹੈ ਜਿਹੜੀ ਜਿਨ੍ਹਾਂ ਨੇ 92 MLA ਨੂੰ ਜਿਹੜੇ ਆਮ ਲੋਕਾਂ ਨੇ ਚੁਣ ਕੇ ਭੇਜਿਆ, ਇਸੇ ਭਰੋਸੇ ਤੇ ਭੇਜਿਆ ਕਿ ਬਦਲਾਵ ਆਵੇਗਾ। ਹੁਣ ਬਾਰੀ ਤੁਹਾਡੀ ਹੈ, ਤੁਹਾਨੂੰ ਬਦਲਾਵ ਕਰਨਾ ਚਾਹੀਦਾ, ਨਾ ਕਿ ਪਿਛਲੇ ਸਰਕਾਰਾਂ ਦੇ ਇਲਜ਼ਾਮ ਮਾਰਨੇ ਚਾਹੀਦੇ। ਉਹਨਾਂ ਨੇ ਆਖਿਆ ਕਿ ਸਰਕਾਰ ਦੇ ਬਹੁਤ ਸਾਰੇ ਖਿੱਸੇ ਹੁੰਦੇ, ਹੱਥ ਹੁੰਦੇ ਆ, ਜਿੱਥੋਂ ਮਰਜ਼ੀ ਕੱਢ ਕੇ ਜਿੱਥੇ ਮਰਜ਼ੀ ਪੈਸਾ ਪਾਇਆ ਜਾ ਸਕਦਾ। ਕੁਛ ਨਾ ਕੁਛ ਕਰਨ ਦੀ ਲੋੜ ਸਰਕਾਰਾਂ ਨੂੰ ਹੈ, ਤੇ ਮੌਜੂਦਾ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ ਆ। ਦੋਸ਼ ਮੜ ਕੇ ਇੱਥੇ ਕੁਝ ਵੀ ਨਹੀਂ ਹੋਣ ਵਾਲਾ। ਜਿਸ ਤਰੀਕੇ ਨਾਲ ਉਹ ਸਾਡੇ ਉੱਤੇ ਦੋਸ਼ ਮੜਦੇ ਜਾ ਰਹੇ ਨੇ, ਜਿਸ ਤਰੀਕੇ ਨਾਲ ਉਹ ਕਾਂਗਰਸ ਨੂੰ ਕਸੂਰਵਾਰ ਠਹਿਰਾ ਰਹੇ ਆ, ਕਾਂਗਰਸ ਦੇ ਕਸੂਰ ਦੀ ਸਜ਼ਾ ਕਾਂਗਰਸ ਜਿਹੜੀ ਉਹ ਭੁਗਤ ਚੁੱਕੀ ਹੈ। ਪਰ ਇੱਥੇ ਲੋੜ ਹੈ ਕਿ ਜਿਹੜੀ ਹੁਣ ਆਮ ਆਦਮੀ ਪਾਰਟੀ ਖੁਦ ਕੋਈ ਚੰਗਾ ਐਕਸ਼ਨ ਲਵੇ
ਤੇ ਜਿਹੜੇ ਕਰਜ਼ੇ ਖੜੇ ਨੇ ਜਾਂ ਜਿਹੜੇ ਵਾਅਦੇ ਨੇ ਉਹਨਾਂ ਨੂੰ ਪੂਰਾ ਵੀ ਕਰੇ। ਸੋ ਰਾਜਾ ਵੜਿੰਗ ਨੇ ਜਿਹੜਾ ਕੁਝ ਕਿਹਾ ਤੁਹਾਨੂੰ ਇੱਕ ਵਾਰ ਸੁਣਵਾ ਦਿੰਨੇ ਆ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਅਗਰ ਕਾਂਗਰਸ ਵਾਰ-ਵਾਰ ਕਈ ਵਾਰੀ ਸਾਡੇ ਪੱਤਰਕਾਰ ਸਾਥੀ ਵੀ ਸਰਕਾਰ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਯਾਰ ਇਹ ਕਾਂਗਰਸ ਪਾਰਟੀ ਸੀ, ਹੁਣ ਭਾਈ 5 ਮਹੀਨੇ ਹੋ ਗਏ, ਨਾਓ ਇਟਸ ਅ ਨਿਊ ਗਵਰਨਮੈਂਟ। ਜੇ ਕਾਂਗਰਸ ਪਾਰਟੀ ਨੇ ਅਦਾਇਗੀ ਨਹੀਂ ਕੀਤੀ, ਮੰਨ ਲਓ ਉਹਨਾਂ ਦਾ ਵੀ ਕੋਈ ਪੁਰਾਣਾ ਬਕਾਇਆ ਸੀ, ਮੈਂ ਉਹ ਪੁਰਾਣੀ ਗੱਲ, ਕਿਉਂਕਿ ਅਸੀਂ ਮਗਰਲੀਆਂ ਸਰਕਾਰਾਂ ਦੀ ਕਿੰਨੇ ਸਾਲ ਗੱਲ ਕਰਾਂਗੇ, ਹੁਣ ਅਸੀਂ ਬਣੇ ਹੈ, ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਇਹਨੂੰ ਲਾਗੂ ਕਰੀਏ। ਜੇ ਅਸੀਂ ਨਹੀਂ ਕੀਤਾ, ਜੇ ਕੋਈ ਪੁਰਾਣਾ ਬਕਾਇਆ ਸਾਡੇ ਸਮੇਂ ਦਾ ਵੀ ਖੜਾ ਸੀਗਾ, ਤਾਂ ਉਹਦਾ ਖਮਿਆਜਾ ਵੀ ਅਸੀਂ ਲੋਕ ਭੁਗਤਨੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜੋ ਅਸੀਂ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਕਰੇ, ਕਿਉਂਕਿ ਇਹ ਕਹਿੰਦੇ ਕਿ ਬਦਲਾਵ ਦੀ ਰਾਜਨੀਤੀ ਹੈ, ਅਸੀਂ ਬਦਲਾਵ ਲੈ ਕੇ ਆਂਦਾ ਹੈ। ਸੋ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ। ਉਸੇ ਗੱਲ ਵੱਲ ਵੇਖਦਿਆਂ ਹੋਇਆਂ ਪੰਜਾਬ ਦੇ ਲੋਕਾਂ ਨੇ 92 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਦਵਾਈ ਹੈ। ਸੋ ਉਮੀਦ ਕਰਦਾ ਕਿ ਹੁਣ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਸਰਕਾਰ ਆਪਣੀ ਗੱਲ ਕਰੇ ਤੇ ਆਪਣੇ ਬਾਰੇ ਦੱਸੇ ਕਿ ਅਸੀਂ ਹੁਣ ਕਿੱਦਾਂ ਕਿਸਾਨਾਂ ਦੀ ਅਦਾਇਗੀ ਕਰਾਂਗੇ। ਹੁਣੇ ਤੁਸੀਂ ਸੁਣਿਆ ਰਾਜਾ ਵੜਿੰਗ ਨੂੰ, ਜਿਨ੍ਹਾਂ ਨੇ तमाम ਮੁੱਦਿਆਂ ਦੇ ਉੱਤੇ ਵੱਖ-ਵੱਖ ਸਰਕਾਰਾਂ ਨੂੰ ਘੇਰਿਆ। ਬਿਜਲੀ ਐਕਟ ਉੱਤੇ ਪੰਜਾਬ ਦੀ ਸਰਕਾਰ ਨੂੰ ਥੋੜਾ ਘੇਰਦਿਆਂ ਹੋਇਆ ਕੇਂਦਰ ਸਰਕਾਰ ਨੂੰ ਬਖੂਬੀ ਘੇਰਿਆ ਹੈ। ਦੱਸਿਆ ਕਿ ਕੇਂਦਰ ਕਿਸ ਤਰੀਕੇ ਨਾਲ ਧੋਖਾ ਕਰ ਰਹੀ ਹੈ, ਸਾਡੇ ਹੱਕਾਂ ਦੇ ਡਾਕੇ ਮਾਰ ਰਹੀ ਹੈ, ਸਾਨੂੰ ਸਰਬਦਲੀ ਮੀਟਿੰਗ ਬੁਲਾਉਣ ਦੀ ਲੋੜ ਹੈ, ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਹੈ ਤੇ ਉਹਨੂੰ ਦੱਸਣ ਦੀ ਲੋੜ ਹੈ ਕਿ ਇਸ ਤਰੀਕੇ ਨਾਲ ਆਮ ਲੋਕਾਂ ਦੇ ਹੱਕਾਂ ਦੇ ਡਾਕੇ ਨਾ ਮਾਰੇ ਜਾਣ। ਉਹਨਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਜਿਹੜੇ ਬਿੱਲ ਸੀਗੇ ਇਹਨਾਂ ਨੂੰ ਜਿਹੜਾ ਆ ਜਿਵੇਂ 3 ਬਿੱਲ ਜਿਹੜੇ ਸੀਗੇ ਕਾਨੂੰਨ ਦੇ ਖਤਮ ਕੀਤੇ ਗਏ ਸੀਗੇ, ਪਰ ਸਰਕਾਰ ਹੁਣ ਸਿੱਧੇ ਤਰੀਕੇ ਨਾਲ ਫਿਰ ਇਹ ਬਿਜਲੀ ਬਿੱਲ ਚੱਕ ਲਿਆਈ ਹੈ ਤੇ ਫਿਰ ਇੱਕ ਵਾਰ ਕਿਸਾਨਾਂ ਉੱਤੇ ਬੋਝ ਪੈਣ ਵਾਲਾ, ਉਹਨਾਂ ਦੇ ਹੱਕਾਂ ਤੇ ਬੋਝ ਪੈਣ ਵਾਲਾ, ਸਬਸਿਡੀਆਂ ਜਿਹੜੀਆਂ ਉਹਨਾਂ ਨੇ ਮਰਨ ਵਾਲੀਆਂ, ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਆ ਉਹ ਫੇਰ ਹੋਵੇਗਾ ਤੇ ਕਿਸਾਨ ਫਿਰ ਪੀਸਿਆ ਜਾਵੇਗਾ। ਸੋ ਇਹ ਜਿਹੜਾ ਬਿਜਲੀ ਮੁੱਦੇ ਉੱਤੇ ਵੀ ਬੋਲੇ ਨੇ। ਜਦ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਗਈ ਤਾਂ ਅਰਵਿੰਦ ਕੇਜਰੀਵਾਲ ਵਾਲੇ ਤੇ ਉਹਨਾਂ ਨੇ ਆਖਿਆ ਕਿ ਕੇਵਲ ਧੋਖੇਬਾਜ਼ੀ ਕੀਤੀ ਗਈ ਆ, ਝੂਠ ਬੋਲਦੇ ਨੇ, ਜਿਹੜਾ ਪੰਜਾਬ ਦੇ ਜਿੰਨਾ ਵਾਅਦੇ ਨੇ ਪੂਰੇ ਨਹੀਂ ਹੋ ਰਹੇ, ਕੇਵਲ ਤੇ ਕੇਵਲ ਇਹ ਜਿਹੜੇ ਨੇ ਆਮ ਗੱਲਾਂ ਕਰਨ ਤੇ ਲੋਕਾਂ ਨੂੰ ਤੰਗ ਕਰਨ ਦਿੱਤੇ ਲੱਗੇ ਹੋਏ ਨੇ, ਰੇਹੜੀਆਂ ਵੰਡਣ ਨੂੰ, ਗਰੀਬਾਂ ਨੂੰ ਟਾਰਗੇਟ ਜ਼ਰੂਰ ਕਰ ਰਹੇ ਨੇ, ਆਪਣੇ ਅਮੀਰ ਦੋਸਤਾਂ ਨੂੰ ਜਿਵੇਂ ਫਾਇਦਾ ਦਿੱਤਾ ਜਾ ਰਿਹਾ ਆ। ਉੱਥੇ ਕੇਜਰੀਵਾਲ ਨੂੰ ਘੇਰਿਆ ਗਿਆ। ਜਦ ਗੰਨੇ ਦੀ ਬਾਰੀ, ਗੰਨੇ ਦੀ ਕਿਸ਼ਤ ਦੀ ਗੱਲ ਦੇ ਉੱਤੇ ਰਾਜਾ ਵੜਿੰਗ ਨੂੰ ਗੱਲ ਕੀਤੀ ਗਈ ਕਿ ਕਿਸਾਨਾਂ ਵੱਲੋਂ ਧਰਨਾ ਲਾਇਆ ਜਾ ਰਿਹਾ ਆ, ਜਿਸ ਤਰੀਕੇ ਨਾਲ ਫਗਵਾੜੇ ਧਰਨਾ ਲਾਇਆ ਗਿਆ ਸ਼ੂਗਰ ਮਿਲ ਦੇ ਖਿਲਾਫ, ਹਜੇ ਤੱਕ ਅਦਾਇਗੀ ਨਹੀਂ ਹੋਈ, ਤਾਂ ਉਹਨਾਂ ਨੇ ਕਿਹਾ ਕਿ 72 ਕਰੋੜ ਦੇ ਕਰੀਬ ਇਹ ਜਿਹੜੀ ਅਮਾਊਂਟ ਹੈਗੀ ਆ ਉੱਥੇ ਦੀ ਮਿਲਦੀ ਤੇ ਉਹ ਦੇ ਦੇਣੀ ਚਾਹੀਦੀ ਹੈ, ਅਦਾਇਗੀ ਕਰਨੀ ਚਾਹੀਦੀ ਹੈ, ਕਿਉਂਕਿ ਕਿਸਾਨ ਕੋਲ ਉਹਨਾਂ ਕੇ ਪੈਸਾ ਹੁੰਦਾ ਜਿੰਨੇ ਕੇ ਨਾਲ ਉਹ ਆਪਣਾ ਖਰਚਾ ਜਿਹੜਾ ਚਲਾ ਲੈਂਦਾ ਆ, ਜਿਹੜੀ ਫਸਲ ਆ ਉਹਨੂੰ ਵੇਚਦਾ ਹੈ, ਵੇਚ ਕੇ ਉਹਦੇ ਪੈਸੇ ਆਉਂਦੇ ਨੇ, ਉਹ ਆਪਣਾ ਖਰਚਾ ਚਲਾਉਂਦਾ ਹੈ। ਪਰ ਜੇ ਉੱਥੇ ਡਾਕਾ ਪੈ ਜਾਵੇਗਾ ਤਾਂ ਫਿਰ ਆਮ ਕਿਸਾਨ ਕਰੇਗਾ ਕਿ ਉਹਨੂੰ ਮੁਸੀਬਤ ਦੇ ਵਿੱਚ ਜਿਹੜਾ ਇਹ ਸਮਾਂ ਬਿਤਾਉਣਾ ਪਵੇਗਾ। ਸੋ ਕਿਸਾਨ ਦਾ ਭਲਾ ਕਰਨ ਦੀ ਲੋੜ ਆ, ਇਹ ਅਦਾਇਗੀ ਕਰਨ ਦੀ ਲੋੜ ਆ। ਉਹਨਾਂ ਨੇ ਹੰਬਲ ਰਿਕੁਐਸਟ ਵੀ ਕੀਤੀ ਸਰਕਾਰ ਨੂੰ ਕਿ ਜਲਦ ਤੋਂ ਜਲਦ ਕਿਸਾਨਾਂ ਦਾ ਕੁਝ ਸੁਣੇ, ਕਿ ਘੱਟੋ ਘੱਟ ਜਿਹੜੀ ਉਹਨਾਂ ਨੇ ਫਸਲ ਜਿਹੜੀ ਵੇਚੀ ਉਹਦੀ ਅਦਾਇਗੀ ਹੋਵੇ। ਹਾਲਾਂਕਿ ਸਰਕਾਰ ਨੇ ਇਸ ਤੋਂ ਪਹਿਲਾਂ ਵਾਅਦੇ ਬਹੁਤ ਕੀਤੇ ਸੀ ਕਿ ਅਸੀਂ ਅਦਾਇਗੀ ਪ੍ਰੋਪਰਲੀ ਕਰਾਂਗੇ, ਕਿਸ਼ਤਾਂ 'ਚ ਕਰਾਂਗੇ, 3 ਕਿਸ਼ਤਾਂ 'ਚ ਪੈਸੇ ਮੁਕੰਮਲ ਹੋ ਜਾਣਗੇ, 30 ਤਰੀਕ ਨੂੰ ਕਿਸ਼ਤ ਰਿਲੀਜ਼ ਹੋ ਜਾਊਗੀ, ਫਿਰ ਹੋਰ ਪੈਸੇ ਦਿੱਤੇ ਜਾਣਗੇ। ਹਾਲਾਂਕਿ ਜਿਹੜੀਆਂ ਸ਼ੂਗਰ ਮਿੱਲਾਂ ਕਿਸਾਨਾਂ ਦੇ ਪੈਸੇ ਨਹੀਂ ਦੇ ਰਹੀਆਂ, ਉਹਨਾਂ ਨੂੰ ਨਿਲਾਮ ਕੀਤੇ ਵੇਚਿਆ ਜਾਊ, ਉਹਨਾਂ ਦੀ ਪ੍ਰੋਪਰਟੀ ਹਾਇਰ ਕਰਕੇ ਉਹ ਸਰਕਾਰ ਜਿਹੜੀ ਆ ਉਹ ਆਪਣੇ ਕੋਲ ਲਵੇਗੀ ਤੇ ਕਿਸਾਨਾਂ ਨੂੰ ਪੈਸੇ ਦੇਵੇਗੀ। ਬਹੁਤ ਸਾਰੇ ਵਾਅਦੇ ਦਾਅਵੇ ਕੀਤੇ ਗਏ ਸੀ ਜਿਹੜੇ ਸਾਡੇ ਮੰਤਰੀ ਨੇ ਤੇ ਧਾਲੀਵਾਲ ਹੋਣੀ ਉਹਨਾਂ ਵੱਲੋਂ ਤੇ ਖੇਤੀਬਾੜੀ ਮੰਤਰੀ ਵੱਲੋਂ, ਪਰ ਹੁਣ ਫਿਰ ਉੱਥੇ ਹੀ ਸਥਿਤੀ ਆ ਖੜੀ ਹੋਈ ਹੈ। ਇਸ ਉੱਤੇ ਵੀ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ ਤੇ ਫਿਰ ਜਦ ਉਹਨਾਂ ਦੀ ਸਰਕਾਰ ਉੱਤੇ ਹਰ ਵਾਰੀ ਜਿਹੜੀ ਮੌਜੂਦਾ ਸਰਕਾਰ ਨਿਸ਼ਾਨੇ ਕੱਸਦੀ ਸੀ, ਪਿਛਲੀ ਸਰਕਾਰ ਜਿਹੜੇ ਕਾਂਗਰਸ ਸਰਕਾਰ ਉੱਤੇ, ਕਿ ਜਿਹੜਾ ਕੁਛ ਇਹ ਹੋ ਰਿਹਾ ਉਹ ਕਾਂਗਰਸ ਸਰਕਾਰ ਵੇਲੇ ਦੀ ਕਮੀ ਹੈ, ਕਰਜ਼ੇ ਖੜੇ ਆ ਕਾਂਗਰਸ ਸਰਕਾਰ ਵੇਲੇ ਖੜੇ, ਹੋਰ ਕਮੀਆਂ ਕਾਂਗਰਸ ਸਰਕਾਰ। ਉਹਨਾਂ ਨੇ ਆਖਿਆ ਠੀਕ ਹੈ, ਮੰਨ ਲੈਂਦੇ ਹਾਂ ਸਾਡੀਆਂ ਕਮੀਆਂ ਸੀ, ਲੋਕਾਂ ਨੇ ਸਾਨੂੰ ਹਰਾਇਆ ਹੈ, ਲੋਕਾਂ ਨੇ ਸਾਨੂੰ ਜਿਹੜਾ ਤੱਕ ਪਹੁੰਚਾਇਆ, ਤੁਹਾਨੂੰ ਜਿਤਾਇਆ, ਤੁਹਾਡੇ 92 MLA ਜਿਤਾਏ ਨੇ ਭਾਈ, ਤੁਹਾਨੂੰ ਆਏ ਹੋਏ 6 ਮਹੀਨੇ ਦੇ ਕਰੀਬ ਸਮਾਂ ਹੁੰਦਾ ਜਾ ਰਿਹਾ ਤੇ ਹੁਣ ਤਾਂ ਤੁਸੀਂ ਜਾਗੋ, ਹੁਣ ਤਾਂ ਤੁਸੀਂ ਲੋਕਾਂ ਦਾ ਭਲਾ ਕਰੋ, ਹੁਣ ਤਾਂ ਤੁਸੀਂ ਜਿਹੜਾ ਇਹ ਸਰਕਾਰ ਜਿਹੜੀ ਤੁਹਾਡੀ ਹੈ, ਹੁਣ ਤੁਹਾਡੇ ਹੱਥ ਸਭ ਕੁਝ ਹੈ, ਹੁਣ ਕਦ ਤੱਕ ਅਸੀਂ ਪਿਛਲੀ ਸਰਕਾਰਾਂ ਤੇ ਦੋਸ਼ ਮਾਰਦੇ ਰਹਾਂਗੇ, ਹੁਣ ਇੱਥੇ ਸੁਚੇਤ ਹੋਣ ਦੀ ਲੋੜ ਹੈ। ਸੋ ਇਹਨਾਂ तमाम ਮੁੱਦਿਆਂ ਉੱਤੇ ਰਾਜਾ ਵੜਿੰਗ ਨੇ ਚਰਚਾ ਕੀਤੀ ਹੈ। ਖੁਦ ਤੁਸੀਂ ਸੁਣਿਆ ਕਿ ਕੀ ਕਹਿਣਾ ਸੀਗਾ ਰਾਜਾ ਵੜਿੰਗ ਦਾ, ਤੇ ਅੱਜ ਰਾਜਾ ਵੜਿੰਗ ਫਿਰ ਇੱਕ ਵਾਰ ਜਿਹੜਾ ਗੱਲ ਕਰਦੇ ਨੇ, ਆਪਣੇ ਮਨ ਦੇ ਵਿਚਾਰ ਪ੍ਰਗਟ ਕਰਦੇ ਨੇ। ਹਾਲਾਂਕਿ ਇਹਨੂੰ ਮਨ ਕੀ ਬਾਤ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਨਰਿੰਦਰ ਮੋਦੀ ਹੋਣਾ ਦਾ ਪੈਟ ਸ਼ਬਦ ਹੈ, ਪਰ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਸਵਾਲਾਂ ਦੇ ਕੁਝ ਜਵਾਬ ਦਿੱਤੇ ਨੇ, ਦੱਸਿਆ ਕਿ ਵਿਸ਼ੇ ਨੇ
ਚਿੰਤਾ ਦੇ ਵਿਸ਼ੇ ਨੇ, ਤਾਂ ਚੰਗਾ ਲੱਗਦਾ ਜਦ ਕਦੇ ਆਪੋਜੀਸ਼ਨ ਆ ਜਿਹੜੀ ਉਹ ਇਸ ਤਰੀਕੇ ਨਾਲ ਆ ਕੇ ਸਵਾਲ ਦੇ ਜਵਾਬ ਵੀ ਦਿੰਦੀ ਹੈ ਤਾਂ ਸਵਾਲ ਵੀ ਕਰਦੀ ਆ। ਸੋ ਖੁਦ ਰਾਜਾ ਵੜਿੰਗ ਨੂੰ ਹੁਣ ਤੁਸੀਂ ਸੁਣਿਆ। ਸਾਡੀ ਸੀ ਇੱਕ ਖਾਸ ਪੇਸ਼ਕਸ਼। ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।